ਬਾਬਾ ਫਰੀਦ ਸਾਹਿਬ ਦੇ ਸਾਲਾਨਾ ਮੇਲੇ ਦੇ ਉੱਤੇ ਆਲਮੀ ਪੰਜਾਬੀ ਅੱਧ ਫਾਊਂਡੇਸ਼ਨ ਵੱਲੋਂ ਹਰ ਸਾਲ ਲੇਖਕਾਂ ਨੂੰ ਸਨਮਾਨਿਤ ਕੀਤਾ ਜਾਂਦਾ। ਇਸ ਵਾਰ ਇਸ ਮੇਲੇ ਦੇ ਉੱਤੇ ਸਨਮਾਨਿਤ ਕਰਨ ਵਾਲੀ ਇੱਕ ਵਿਸ਼ੇਸ਼ ਸ਼ਖਸੀਅਤ ਬੀਬੀ ਹਰਪਿੰਦਰ ਕੌਰ ਰਾਣਾ ਸਾਡੇ ਨਾਲ ਮੌਜੂਦ ਨੇ। ਉਹਨਾਂ ਨੂੰ ਆਲਮੀ ਪੰਜਾਬੀ ਅੱਧ ਫਾਊਂਡੇਸ਼ਨ ਨੇ ਉਹਨਾਂ ਦੇ ਇੱਕ ਕਿਤਾਬ ਦੇ ਬਦਲੇ ਸਨਮਾਨਿਤ ਕੀਤਾ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਵਾਗਤ ਹੈ ਜੀ KTV ਤੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। KTV ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੇਰੇ ਨਾਲ ਗੱਲ ਕਰਕੇ ਮੈਨੂੰ ਸਾਰਿਆਂ ਦੇ ਰੂਬਰੂ ਕਰਵਾ ਰਹੇ ਹੋ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਤੁਹਾਨੂੰ ਇਸ ਸੰਸਥਾ ਨੇ ਇਸ ਇੱਕ ਕਿਤਾਬ ਦੇ ਬਦਲੇ ਸਨਮਾਨਿਤ ਕੀਤਾ। हाँ जी, आलमी पंजाबी अदब फाउंडेशन है जो वो बहुत अच्छा काम कर रही है और ਸਾਹਿਤ ਦੇ ਵਿੱਚ ਕਿਤਾਬਾਂ ਨੂੰ ਚੁਣਨਾ ਤੇ ਉਹਨੂੰ ਇੱਕ ਪਲੇਟਫਾਰਮ ਤੇ ਲਿਆਉਣ ਦਾ ਜਿਹੜਾ ਕੰਮ ਆ ਬਹੁਤ ਸ਼ਲਾਘਾਯੋਗ ਕੰਮ ਹੈ। ਮੈਂ ਧੰਨਵਾਦ ਕਰਦੀ ਹਾਂ ਇਹਨਾਂ ਦਾ। ਤਾਂ ਜਿਹੜੇ ਕਿ ਬੀਬੀ ਹਰਪਿੰਦਰ ਕੌਰ ਰਾਣਾ ਨੇ ਕੁਦਰਤ ਵੱਲੋਂ ਜਿਹੜਾ ਕਿ ਇਹ ਬਿਲਕੁਲ ਸਾਡੇ ਵਾਂਗ ਜਾਂ ਆਮ ਚੱਲ ਫਿਰ ਨਹੀਂ ਸਕਦੇ, ਪਰ ਜਿਹੜੀ ਇਹਨਾਂ ਦੀ ਪਹੁੰਚ ਹੈ ਉਹ ਪਰਮਾਤਮਾ ਦੀ ਕਿਰਪਾ ਤਾਂ ਇਹਨਾਂ ਦੀ ਹਿੰਮਤ ਜਿਹੜੀ ਹੈ ਇਹਨਾਂ ਦੇ ਬਚਪਨ ਤੋਂ ਲੈ ਕੇ ਇਹ ਜਿਹੜੇ ਹੈਗੇ ਆ ਵੱਖਰੇ ਨੇ, ਪਰ ਇਹਨਾਂ ਦੀ ਕਲਮ ਦੇ ਵਿੱਚ ਅਜਿਹੀ ਤਾਕਤ ਹੈ ਕਿ ਅੱਜ ਇਹਨਾਂ ਨੂੰ ਪੂਰੇ ਕਹਿ ਲਓ ਵੀ ਦੁਨੀਆ ਦੇ ਵਿੱਚੋਂ ਜਿਹੜਾ ਕਿ ਇੱਕ ਸਰਬੋਤਮ ਕਿਤਾਬ ਦੇ ਵਿੱਚ ਲਈ ਚੁਣਿਆ ਗਿਆ। ਇਸ ਸੰਸਥਾ ਦੇ ਵੱਲੋਂ ਕਿਹੜੇ ਕਾਰਨ ਨੇ, ਕਿਹੜੀ ਖਾਸ ਗੱਲ ਇਹਨਾਂ ਦੀ ਕਿਤਾਬ ਦੇ ਵਿੱਚ ਇਹ ਲੱਗੀ ਆਲਮੀ ਪੰਜਾਬੀ ਅੱਧ ਫਾਊਂਡੇਸ਼ਨ ਨੂੰ ਇਹਨਾਂ ਨੂੰ ਚੁਣਿਆ ਗਿਆ, ਔਰ ਕਿਤਾਬ ਬਾਰੇ ਅਸੀਂ ਜਿਹੜੀ ਗੱਲਬਾਤ ਕਰਾਂਗੇ। ਤੁਹਾਡੀ ਕਿਤਾਬ ਕੀ ਜਾਣਾ ਮੈਂ ਕੌਣ, ਉਸ ਬਦਲੇ ਤੁਹਾਨੂੰ ਅੱਜ ਸਨਮਾਨ ਮਿਲਿਆ। ਸਭ ਤੋਂ ਪਹਿਲਾਂ ਕਿਤਾਬ ਬਾਰੇ ਸਾਨੂੰ ਜ਼ਰੂਰ ਦੱਸੋ, ਕਿਹੜੀ ਖਾਸ ਗੱਲ ਜਿਹੜੀ ਕਿਤਾਬ ਦੇ ਵਿੱਚ ਲਿਖੀ ਗਈ ਹੈ ਜਿਹੀ, ਕਿਉਂਕਿ ਬਹੁਤ ਹਰ ਸਾਲ ਕੁਛ ਨਾ ਕੁਛ ਖਾਸ ਲੇਖਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਔਰ ਤੁਸੀਂ ਮੁਕਤਸਰ ਸਾਹਿਬ ਦੀ ਧਰਤੀ ਤੋਂ ਆਏ ਹੋ, ਬਾਬਾ ਫਰੀਦ ਸਾਹਿਬ ਦੀ ਧਰਤੀ ਤੇ ਤੁਹਾਨੂੰ ਸਨਮਾਨ ਮਿਲੇ। ਸਰ ਇਹ ਜਿਹੜੀ ਕਿਤਾਬ ਹੈਗੀ ਆ ਇਹ ਕਿਉਂਕਿ ਅੱਜ ਤੱਕ ਸਿਰਫ 2 ਧਿਰਾਂ ਔਰਤ ਤੇ ਮਰਦ ਨੂੰ ਹੀ ਮਾਨਤਾ ਮਿਲੀ ਹੈ, ਪਰ ਕੁਦਰਤ ਨੇ ਇੱਕ ਤੀਸਰੀ ਧਿਰ ਵੀ ਪੈਦਾ ਕੀਤੀ ਹੈ ਜਿਹਨੂੰ ਅਸੀਂ ਉਸ ਦੀ ਜਿਹੜੀ ਸਿਰਜਣ ਸ਼ਕਤੀ ਹੈਗੀ ਆ ਉਹਦੇ ਨਾ ਹੋਣ ਕਰਕੇ ਹੀ ਅਸੀਂ ਉਹਨੂੰ ਅਲੱਗ ਥਲੱਗ ਕੀਤਾ ਹੋਇਆ, ਜਿਨ੍ਹਾਂ ਨੂੰ ਅਸੀਂ ਥਰਡ ਜੈਂਡਰ ਕਹਿ ਦਿੰਦੇ ਹੈਗੇ ਆ, ਤੀਸਰੀ ਜਿਨਸ ਕਹਿ ਦਿੰਦੇ ਹੈਗੇ ਆ, ਜਿਨ੍ਹਾਂ ਨੂੰ ਜੇ ਅਸੀਂ ਹੋਰ ਜ਼ਿਆਦਾ ਉਹਨਾਂ ਨੂੰ ਛੁਟਿਆਉਣਾ ਹੋਵੇ ਤਾਂ ਖੁਸਰੇ, ਕਿੰਨਰ, ਮੰਤ, ਛੱਕੇ, ਪਤਾ ਨਹੀਂ ਹੋਰ ਕਿਹੜੀਆਂ ਕਿਹੜੀਆਂ ਜਿਹੜੇ ਵਿਸ਼ਲੇਸ਼ਣ ਹੈਗੇ ਆ ਅਸੀਂ ਉਹਨਾਂ ਨੂੰ ਦਿੰਦੇ ਆ। ਮੇਰੀ ਜਿਹੜੀ ਇਹ ਕਿਤਾਬ ਆ ਕੀ ਜਾਣਾ ਮੈਂ ਕੌਣ, ਇਹ ਉਹਨਾਂ ਸਾਰੇ ਲੋਕਾਂ ਦੀ ਗੱਲ ਕਰਦੀ ਆ ਜਿਨ੍ਹਾਂ ਨੂੰ ਹਾਸ਼ੀਏ ਤੋਂ ਧੱਕ ਦਿੱਤਾ ਗਿਆ, ਇਸ ਸਮਾਜ ਦੇ ਵਿੱਚੋਂ ਉਹਨਾਂ ਨੂੰ ਦਰਕਾਰ ਦਿੱਤਾ ਗਿਆ, ਪਰ ਤਰਾਸਦੀ ਦੇਖੋ ਵੀ ਜਿਹੜੇ ਕਾਰਨ ਕਰਕੇ ਵੀ ਉਹ ਇੱਕ ਸਿਰਜਣਾ ਨਹੀਂ ਕਰ ਸਕਦੇ ਆਪਣੇ ਵਰਗੀ ਆ, ਜਿਹੜੇ ਮਤਲਬ ਜਿਸ ਤਰ੍ਹਾਂ ਔਰਤ ਮਰਦ ਇੱਕ ਪੈਦਾ ਕਰ ਸਕਦੇ ਆਪਣੇ ਵਰਗੀ ਜਾਤ, ਉਹਨੂੰ ਤੋਂ ਨਹੀਂ ਕਰ ਸਕਦੇ, ਇਸ ਕਰਕੇ ਤਾਂ ਉਹਨਾਂ ਨੇ ਛੇਕਿਆ ਹੁੰਦਾ ਸਮਾਜ 'ਚੋਂ। ਪਰ ਇਹਨਾਂ ਦੋਨਾਂ ਕੰਮਾਂ 'ਤੇ ਉਹਨੂੰ ਬੁਲਾਉਂਦੇ ਆ, ਮੈਰਿਜ ਟਾਈਮ ਵੀ ਉਹਨਾਂ ਨੂੰ ਬੁਲਾਉਂਦੇ ਹੈਗੇ ਆ ਔਰ ਬੱਚੇ ਦੇ ਜਨਮ ਟਾਈਮ ਵੀ ਉਹਨਾਂ ਨੂੰ ਬੁਲਾਉਂਦੇ ਹੈਗੇ ਆ। ਤਾਂ ਦੇਖੋ ਤਰਾਸੀ ਦੇਖੋ ਵੀ ਇੱਕ ਕਹਿੰਦੇ ਨਹੀਂ ਹੁੰਦੇ ਵੀ ਇੱਕ ਤਾਂ ਮਾਰ ਦੇਣਾ ਅਤੇ ਇੱਕ ਧੁੱਪੇ ਸੁੱਟ ਦੇਣਾ, ਪਾਣੀ ਨਾ ਦੇਣਾ, ਵੀ ਇਸ ਤਰ੍ਹਾਂ ਦੀ ਜਿਹੜੀ ਕਰੂਰਤਾ ਹੈਗੀ ਆ ਉਹਨਾਂ ਦੇ ਨਾਲ ਹੋਈ ਵੀ ਆ। ਪਰ ਆਪਾਂ ਉਹਨਾਂ ਨੂੰ ਸਿਰਫ 2 ਸਮਿਆਂ 'ਤੇ ਬੁਲਾਉਂਦੇ ਆ ਔਰ ਬੁਲਾ ਕੇ ਉਹਨਾਂ ਨੂੰ ਦਿੰਦੇ ਆ ਜੋ ਵੀ ਆ, ਪਰ ਫਿਰ ਵੀ ਉਹ ਕਈ ਵਾਰੀ ਆਪਾਂ ਧੱਕਾ ਕਰ ਜਾਂਦੇ ਆ ਵੀ ਬੰਨੇ ਹੁੰਦੇ ਆ ਪੈਸੇ ਵੀ ਇੰਨੇ ਪੈਸੇ ਦੇਣੇ ਆ ਜਾਂ ਇੰਨੇ ਹੀ ਦੇਣੇ ਆ, ਪਰ ਆਪਾਂ ਇਹ ਨਹੀਂ ਸੋਚਦੇ ਵੀ ਜੇ ਅਸੀਂ ਵਿਆਹ ਸ਼ਾਦੀ ਦੇ ਉੱਤੇ ਕਰੋੜਾਂ ਰੁਪਈਆ ਖਰਚ ਕਰ ਸਕਦੇ ਹਾਂ ਅਤੇ ਵੀ ਜੇ ਅਸੀਂ ਕੋਈ 5-7 ਹਜ਼ਾਰ ਅਸੀਂ ਉਹਨਾਂ ਨੂੰ ਦੇ ਦਿਆਂਗੇ ਅਤੇ ਵੀ ਉਹ ਸਾਡੇ ਵਿਆਹ ਦੇ ਖਰਚੇ 'ਚ ਹੀ ਪੈ ਸਕਦਾ, ਕਿਉਂਕਿ ਉਹਨਾਂ ਨੇ ਕਿਹੜਾ ਨਾ ਤਾਂ ਰੋਜ਼ ਵਿਆਹ ਹੋਣੇ ਹੁੰਦੇ ਆ ਅਤੇ ਨਾ ਹੀ ਬੱਚੇ। ਅੱਜ ਕੱਲ੍ਹ ਤਾਂ ਇੱਕ ਬੱਚਾ ਹੀ ਪੈਦਾ ਕਰਦੇ ਆ, ਉਹ ਵੀ ਕਿਉਂਕਿ ਉਹ ਵੀ ਔਰਤ ਬੱਚਾ ਯਾਨੀ ਕਿ ਬੱਚੀ ਦੇ ਜਨਮ 'ਤੇ ਨਹੀਂ ਆਉਂਦੇ ਗੇ, ਬੱਚੇ ਮੁੰਡੇ ਦੇ ਜਨਮ 'ਤੇ ਆਉਂਦੇ ਆ ਅਤੇ ਉਹ ਇੱਕ ਹੁੰਦਾ ਸਾਰਿਆਂ ਦੇ ਹੈ ਨਾ, ਅਤੇ ਵੀ ਉਹ ਇੰਨੇ ਵਾਰੀ ਆਉਂਦੇ ਵੀ ਉਹਨਾਂ ਨੂੰ ਫਿਰ ਵੀ ਆਪਾਂ ਦਰਕਾਰਦੇ ਹਾਂ। ਅਤੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ 'ਚ ਮੈਂ ਇਹ ਜਿਹੜੀ ਖੋਜ ਵਰਕ ਕੀਤਾ ਹੈਗਾ ਵੀ ਉਹ ਆਪ ਕਿੱਦਾਂ ਰਹਿੰਦੇ ਆ, ਉਹ ਕਿੱਦਾਂ ਸੋਚਦੇ ਹੈਗੇ ਆ। ਇਹ 3 ਲਾਈਨ ਨੋਵਲ ਹੈਗਾ। ਇੱਕ ਤਾਂ ਜਿਨ੍ਹਾਂ ਦੇ ਇਹ ਬੱਚਾ ਪੈਦਾ ਹੁੰਦਾ ਉਹ ਕਿੱਦਾਂ ਸੋਚਦੇ ਆ, ਸਮਾਜ ਕਿੱਦਾਂ ਸੋਚਦਾ, ਅਤੇ ਫਿਰ ਇਹ ਜਿਹੜੀ ਧਿਰ ਹੈਗੀ ਆ ਇਹ ਕਿਵੇਂ ਰਹਿੰਦੀ ਆ, ਕਿੱਦਾਂ ਇਹਨਾਂ ਦੇ ਡੇਰਿਆਂ ਦੀ ਜ਼ਿੰਦਗੀ ਆ, ਕਿੱਦਾਂ ਇਹਨਾਂ ਦਾ ਸਮਾਜ ਦੇ ਨਾਲ ਸਰਕਲ ਆ, ਜਾਂ ਇਹ ਕਿੱਦਾਂ ਤਰਾਸਦੀ ਦੇ ਵਿੱਚ ਰਹਿੰਦੇ ਹੈਗੇ ਆ, ਕਿੱਦਾਂ ਰਿਸ਼ਤਿਆਂ ਨੂੰ ਤਰਸਦੇ ਹੈਗੇ ਆ। ਉਹ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਮਨ ਦੀਆਂ ਗੱਲਾਂ, ਔਰ ਇਹਨਾਂ ਦੇ ਕਿਹੜੇ ਖਾਸ ਰਸਮੋ ਰਿਵਾਜ ਹੁੰਦੇ ਆ। ਜਿਸ ਤਰ੍ਹਾਂ ਮੇਰੇ ਨਾਵਲ ਦੇ ਵਿੱਚ ਜਦੋਂ ਉਹ ਸੀਨ ਵੀ ਦਿੱਤੇ ਹੋਏ ਨੇ ਜਦੋਂ ਇਹਨਾਂ ਦੀ ਡੈਥ ਹੋ ਜਾਂਦੀ ਹੈ ਤਾਂ ਵੈਣ ਜਿਹੜੇ ਪਾਉਂਦੇ ਹੈਗੇ ਆ ਉਹਨਾਂ ਦਾ ਵੀ ਜ਼ਿਕਰ ਕੀਤਾ ਹੋਇਆ, ਇਹਨਾਂ ਦੀ ਟਕਾ ਭਰਾਈ ਦਾ ਰਸਮ ਕੀਤਾ ਹੋਇਆ, ਇਹ ਜਦੋਂ ਚੇਲਾ ਬਣਾਉਂਦੇ ਆ ਉਦੋਂ ਦੀਆਂ ਸਾਰੀਆਂ ਰਸਮਾਂ ਦਾ ਜ਼ਿਕਰ ਕੀਤਾ ਹੋਇਆ। ਇਸ ਦੇ ਨਾਲ ਜਿਹੜਾ ਇਹਨਾਂ ਦਾ ਸਖਤ ਦੰਡ ਵਿਧਾਨ ਹੈ, ਗੁਰੂ ਚੇਲੇ ਦੀ ਜਿਹੜੀ ਪਰੰਪਰਾ ਇਹਨਾਂ ਦੇ ਵਿੱਚ ਹੈਗੀ ਆ
ਉਹ ਸਾਰਾ ਕੁਝ ਹੈ। ਤੇ ਅਖੀਰ ਤੇ ਜਾ ਕੇ ਮੈਂ ਇੱਕ ਇਹਨਾਂ ਦੀ ਅੱਖ ਨੂੰ ਸੁਪਨਾ ਦੇਣ ਦੀ ਕੋਸ਼ਿਸ਼ ਕੀਤੀ ਆ, ਕਿਉਂਕਿ ਕਹਿੰਦੇ ਆ ਵੀ ਸੁਪਨੇ ਉਹੀ ਪੂਰੇ ਹੁੰਦੇ ਆ ਜੇ ਤੁਸੀਂ ਜਾਗਦੀ ਅੱਖ ਨਾਲ ਦੇਖੋਗੇ। ਤਾਂ ਇਹਨਾਂ ਦੀ ਅੱਖ ਨੂੰ ਸੁਪਨਾ ਦਿੱਤਾ ਵੀ ਸਿਰਫ ਵਿਆਹ ਸ਼ਾਦੀ ਤੇ ਜਨਮ ਦੇ ਉੱਤੇ ਗਾ ਵਜਾ ਕੇ ਨੱਚ ਗਾ ਕੇ ਹੀ ਜਿਹੜਾ ਰੁਜ਼ਗਾਰ ਆ ਉਹ ਨਹੀਂ ਮਤਲਬ ਕਰਨਾ ਚਾਹੀਦਾ। ਹੋਰ ਜਿਹੜੇ ਰੁਜ਼ਗਾਰ ਹੈਗੇ ਆ ਉਹਦੇ ਲਈ ਇਹਨਾਂ ਨੂੰ ਅੱਗੇ ਆਉਣਾ ਚਾਹੀਦਾ। ਉਹਦੇ ਵਿੱਚ ਜਿਹੜੀ ਮੇਨ ਜਿਹੜੀ ਉਹਦੀ ਛੰਨੋ ਜਿਹੜੀ ਇਹਦੀ ਮਹੰਤ ਦਿਖਾਈ ਹੈਗੀ ਆ, ਉਹ ਹੱਥੀਂ ਕਲਾਕਿਰਤਾਂ ਬਣਾਉਂਦੀ ਹੈਗੀ ਆ, ਖਿਡੌਣੇ ਬਣਾਉਂਦੀ ਆ, ਦਰੀਆਂ ਖੇਸ ਬੁਣਦੀ ਆ। ਅਤੇ ਫਿਰ ਉਹ ਅਖੀਰ 'ਤੇ ਇੱਕ ਉਹ ਹੈਂਡੀਕ੍ਰਾਫਟ ਦੀ ਜਿਹੜੀ ਆਪਾਂ ਖਾਦੀ ਜਿਹਨੂੰ ਕਹਿੰਦੇ ਖਾਦੀ ਉਦਯੋਗ ਦੇ ਵਿੱਚ ਉਹ ਅੱਗੇ ਆਉਂਦੀ ਹੈਗੀ ਆ। ਮੈਂ ਉਹ ਸੁਪਨਾ ਇਹਨਾਂ ਦੀ ਅੱਖ ਨੂੰ ਦੇਣ ਦੀ ਕੋਸ਼ਿਸ਼ ਕੀਤੀ ਆ। ਤਾਂ ਸਮਾਜ ਦੇ ਵਿੱਚ ਜਿੱਦਾਂ ਅਸੀਂ ਹੁਣ ਪੰਜਾਬ ਵਿੱਚ ਬੈਠੇ ਹਾਂ, ਭਾਰਤ ਦੀ ਗੱਲ ਹੈ, ਇੱਥੇ ਬਹੁਤ ਸਾਰਾ ਅਜਿਹਾ ਸਮਾਜ ਆ ਜਿਹੜਾ ਇਹ ਖਾਸ ਕਰਕੇ ਜਿੱਦਾਂ ਜਿਹੜੇ ਮਹੰਤ ਜਾਂ ਖੁਸਰੇ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹਨਾਂ ਨੂੰ ਕਿਸੇ ਹੋਰ ਨਜ਼ਰ ਦੇ ਨਾਲ ਦੇਖਿਆ ਜਾਂਦਾ। ਹਾਲਾਂਕਿ ਸਾਨੂੰ ਧਰਮ ਤਾਂ ਨਹੀਂ ਸਿਖਾਉਂਦਾ, ਅਸੀਂ ਜਿਸ ਜਿਹੜਾ ਕਿ ਧਰਤੀ 'ਤੇ ਪੈਦਾ ਹੋਏ, ਖਾਸ ਕਰਕੇ ਪੰਜਾਬ ਦੀ ਗੱਲ ਕਰੀਏ, ਗੁਰਬਾਣੀ ਸਾਨੂੰ ਨਹੀਂ ਸਿਖਾਉਂਦੀ ਜਿਹੜਾ ਵੈਰ ਵਿਰੋਧ ਦੀ ਭਾਵਨਾ, ਨਫ਼ਰਤ ਦੀ ਭਾਵਨਾ, ਕਿਸੇ ਨੂੰ ਨੀਵਾਂ ਹੇਠੀ ਕਰਨ ਦੀ ਭਾਵਨਾ। ਪਰ ਹੈ ਹਾਲਾਂਕਿ ਕੁਝ ਮੁਲਕਾਂ ਦੇ ਵਿੱਚ ਇਸ ਜਿਹੜਾ ਕਿ ਥਰਡ ਜੈਂਡਰ ਨੂੰ ਬਹੁਤ ਜ਼ਿਆਦਾ ਮਾਨਤਾ ਮਿਲ ਗਈ ਆ। ਤਾਂ ਤੁਹਾਨੂੰ ਕਿਹੜੀ ਗੱਲ ਲੱਗੀ, ਤੁਸੀਂ ਆਪਣੇ ਸਮਾਜ ਦੇ ਵਿੱਚ ਜਾਂ ਇਲਾਕੇ ਦੇ ਵਿੱਚ ਵੀ ਤੁਹਾਨੂੰ ਹੁਣ ਇਹ ਤੋਂ ਪਹਿਲਾਂ ਵੀ ਤੁਹਾਡੀਆਂ ਕੁਝ ਕਿਤਾਬਾਂ ਆਈਆਂ, ਕਿਹੜੀ ਗੱਲ ਲੱਗੀ ਵੀ ਤੁਹਾਡੀ ਇਹ ਜਿਹੜੀ ਕਿਤਾਬ ਹੈ ਜਾਂ ਇੱਕ ਖਾਸ ਪੂਰੀ ਦੀ ਪੂਰੀ ਕਿਤਾਬ ਜਾਂ ਇੱਕ ਨਾਵਲ ਹੀ ਇਹਨਾਂ ਦੀ ਜ਼ਿੰਦਗੀ ਬਾਰੇ ਲਿਖਿਆ ਜਾਵੇ, ਤੁਹਾਨੂੰ ਮਹਿਸੂਸ ਹੋਇਆ ਕੁਛ ਆਸ-ਪਾਸ ਇਹਨਾਂ ਦੇ ਨਾਲ ਵਰਤਾਓ ਦੇ ਵਿੱਚ, ਜਾਂ ਕਿਹੜੀ ਗੱਲ ਖਾਸ ਲੱਗੀ? ਕਿਉਂਕਿ ਜਦੋਂ ਮੈਂ ਇਹ ਨਾਵਲ ਲਿਖਣਾ ਸ਼ੁਰੂ ਕੀਤਾ ਸੀ ਉਸ ਤੋਂ ਪਹਿਲਾਂ ਵੀ ਮਤਲਬ ਇੱਕ ਡਰ ਸੀਗਾ ਲੋਕਾਂ ਦੇ ਵਿੱਚ ਵੀ, ਮੇਰੇ ਅੰਦਰ ਵੀ, ਜਾਂ ਮੈਨੂੰ ਮੇਰੇ ਜਾਣ ਪਹਿਚਾਣ ਵਾਲਿਆਂ ਨੇ ਵੀ ਮਨਾ ਕੀਤਾ ਵੀ ਤੁਸੀਂ ਨਾ ਜਾਓ, ਇਹਨਾਂ ਦੀ ਇੱਕ ਅਲੱਗ ਜ਼ਿੰਦਗੀ ਆ, ਇਹ ਇਸ ਤਰ੍ਹਾਂ ਹੁੰਦੇ ਆ, ਇਹਨਾਂ ਦਾ ਸੁਭਾਅ ਥੋੜ੍ਹਾ ਗੁਸੈਲ ਹੁੰਦਾ। ਤਾਂ ਮੈਨੂੰ ਹੁਣੇ ਨਹੀਂ, ਬਚਪਨ ਤੋਂ ਹੀ ਦੇਖਦੀ ਆਈ ਸੀਗੀ ਵੀ ਇਹਨਾਂ ਦੇ ਨਾਲ ਇੱਕ ਅਲੱਗ ਤਰ੍ਹਾਂ ਦਾ ਵਰਤਾਓ ਕੀਤਾ ਜਾਂਦਾ ਸੀਗਾ। ਤਾਂ ਮੈਂ ਸੋਚਿਆ ਵੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਜੋ ਦਿਖਦਾ ਹੋਵੇ, ਕਈ ਵਾਰੀ ਅਸੀਂ ਉਹ ਬੋਲ ਕੇ ਨਹੀਂ ਦੱਸ ਪਾਉਂਦੇ। ਤਾਂ ਜ਼ਰੂਰ ਕਿਤੇ ਨਾ ਕਿਤੇ ਕਹਿੰਦੇ ਨਹੀਂ ਹੁੰਦੇ ਵੀ ਜਿੱਤੇ ਕਿਤੇ ਭੁੱਬਲ ਜਿਹੜੀ ਹੁੰਦੀ ਆ ਨਾ, ਉਹ ਸਭ ਤੋਂ ਵੱਧ ਖਤਰਨਾਕ ਹੁੰਦੀ ਹੈ, ਕਿਉਂਕਿ ਅੰਦਰ ਅੰਦਰ ਧੁਖਦੀ ਰਹਿੰਦੀ ਹੈਗੀ ਆ। ਸੋ ਭੁੱਬਲ ਨੂੰ ਫਰੋਲਣ ਲੱਗਿਆ ਵਾਕਈ ਤੁਹਾਡੇ ਪੋਟੇ ਜ਼ਰੂਰ ਸੜਦੇ ਹੈਗੇ ਆ, ਪਰ ਜੇ ਤੁਸੀਂ ਉਹਨੂੰ ਫਰੋਲ ਕੇ ਦੇਖੋਗੇ ਤਾਂ ਤੁਹਾਨੂੰ ਉਹਦੇ ਵਿੱਚੋਂ ਬਹੁਤ ਕੁਝ ਮਿਲਦਾ। ਜਿਹੜੇ ਕੁਕਨਸ ਹੁੰਦੇ ਆ ਨਾ, ਉਹ ਵੀ ਸਵਾਹ ਦੇ ਵਿੱਚੋਂ ਹੀ ਪੈਦਾ ਹੋ ਜਾਂਦੇ ਆ, ਤੁਹਾਨੂੰ ਪਤਾ। ਤਾਂ ਮੈਂ ਚਾਹੁੰਦੀ ਸੀਗੀ ਕਿ ਇਹਨਾਂ ਦੇ ਜਿਹੜੀਆਂ ਅੰਦਰਲੀਆਂ ਭਾਵਨਾਵਾਂ ਉਹ ਬਾਹਰ ਆਉਣ, ਵੀ ਇਹ ਅੰਦਰੋਂ ਕੀ ਸੋਚਦੇ ਆ, ਕਿਉਂਕਿ ਸਰੀਰ ਦੇ ਵਿੱਚ ਇੱਕ ਕਮੀ ਹੋਣਾ ਅਲੱਗ ਚੀਜ਼ ਆ, ਤੁਹਾਡੀਆਂ ਭਾਵਨਾਵਾਂ 'ਚ, ਤੁਹਾਡੀਆਂ ਜਿਹੜੀਆਂ ਤੁਹਾਡੇ ਜਿਹੜੇ ਸੋਚ ਵਿਚਾਰ ਹੈਗੀ ਆ, ਉਹਨਾਂ 'ਚ ਕੋਈ ਕਮੀ ਨਹੀਂ ਹੁੰਦੀ ਗੀ। ਉਹੀ ਜੋ ਦਰਦ ਅਸੀਂ ਮਹਿਸੂਸ ਕਰਦੇ ਹਾਂ ਉਹੀ ਇਹ ਮਹਿਸੂਸ ਕਰਦੇ ਨੇ। ਤਾਂ ਉਸ ਤੋਂ ਬਾਅਦ ਮੈਨੂੰ ਲੱਗਿਆ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਟਿੱਪਣੀ ਕਰਕੇ, ਫ਼ੋਨ ਕਰਕੇ ਦੱਸਦੇ ਆ ਕਿ ਅਸੀਂ ਇਸ ਨਾਵਲ ਨੂੰ ਪੜ੍ਹਨ ਤੋਂ ਬਾਅਦ ਵੀ ਆਪਣੀ ਜ਼ਿੰਦਗੀ 'ਚ ਮਿਲੇ ਕਿਸੇ ਵੀ ਖੁਸਰੇ ਨੂੰ ਜਾਂ ਕਿੰਨਰ ਨੂੰ ਸਮਾਈਲ ਪੇਸ਼ ਕੀਤੀ, ਉਹਦੇ ਨਾਲ ਬੈਠ ਕੇ ਚਾਹ ਪੀਤੀ, ਉਹਨੂੰ ਅਸੀਂ ਬੁਲਾਇਆ, ਗੱਲਾਂ ਕੀਤੀਆਂ। ਤਾਂ ਮੈਂ ਇਹੀ ਚੀਜ਼ ਮੈਂ ਚਾਹੁੰਦੀ ਸੀਗੀ ਕਿ ਇਹ ਹੋਵੇ। ਮੈਂ ਬਸ ਇਸੇ ਸੋਚ ਨੂੰ ਲੈ ਕੇ ਨਾਵਲ ਲਿਖਿਆ ਸੀਗਾ। ਔਰ ਤੁਹਾਨੂੰ ਪਤਾ ਹੀ ਹੈ ਕਿ ਇਹ ਜਿਹੜਾ ਨਾਵਲ ਹੈਗਾ, ਇਸੇ ਲਈ ਮੈਨੂੰ ਅੱਜ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਦੇ ਵੱਲੋਂ ਮੈਨੂੰ ਸਨਮਾਨਿਤ ਕੀਤਾ ਗਿਆ। ਤਾਂ ਸਮਾਜ ਦੇ ਵਿੱਚ ਜਿਹੜਾ ਕਿ ਕੁਝ ਗੱਲਾਂ ਬਾਤਾਂ ਸਾਨੂੰ ਜਦੋਂ ਅਸੀਂ ਜ਼ਿੰਦਗੀ ਜਿਉਣੇ ਤਾਂ ਦਿਸਦੀਆਂ, ਜਿੱਦਾਂ ਇੱਕ ਕੋਹੜ ਦੀ ਬਿਮਾਰੀ ਹੁੰਦੀ ਹੈ, ਕਹਿੰਦੇ ਵੀ ਉਹ ਅੱਗੇ ਦੀ ਅੱਗੇ ਚੱਲਦੀ ਰਹਿੰਦੀ ਹੈ। ਜਿੱਦਾਂ ਆਪਣੇ ਮੁਕਤਸਰ 'ਚ ਮੈਨੂੰ ਯਾਦ ਆ, ਨਿੱਕੇ ਹੁੰਦੇ ਸੀ ਨਾ, ਫਾਟਕ ਦੇ ਕੋਲੇ ਕੁਝ ਬੀਬੀਆਂ ਜਾਂ ਕੁਝ ਬੰਦੇ ਬੈਠੇ, ਉਹ ਕਹਿੰਦੇ ਸ਼ਹਿਰ ਦੇ ਵਿੱਚ ਜਾ ਕੇ ਮੰਗ ਨਹੀਂ ਸਕਦੇ, ਇਹਨਾਂ ਦਾ ਪਰਛਾਵਾਂ ਪੈ ਜਾਂਦਾ। ਕੁਝ ਅਜਿਹੀਆਂ ਜਿਹੜੀਆਂ ਮਤਲਬ ਅਲਾਮਤਾਂ ਹੈਗੀਆਂ ਸਾਡੇ ਸਮਾਜ ਦੇ ਵਿੱਚ ਨਾਲ ਨਾਲ ਚੱਲਦੀਆਂ। ਬਲਕਿ ਹੁਣ ਜਿਸ ਲੈਵਲ 'ਤੇ ਕਹਿੰਦੇ ਵੀ 21ਵੀਂ ਸਦੀ 'ਚ ਦੁਨੀਆ ਪਹੁੰਚ ਗਈ ਹੈ, ਤਾਂ ਤੁਹਾਨੂੰ ਜਾਪਦਾ ਵੀ ਇਹ ਬਦਲਾਅ ਹੋਣੇ ਚਾਹੀਦੇ ਆ। ਉਹ ਇੱਕ ਬਿਮਾਰੀ ਹੈ, ਬਿਮਾਰੀ ਦਾ ਇਲਾਜ ਹੋ ਸਕਦਾ, ਜਿਹੜੀ ਬਿਮਾਰੀ ਦਾ ਇਲਾਜ ਨਹੀਂ ਹੋ ਸਕਦਾ ਤਾਂ ਕੀ ਪਰਛਾਵਿਆਂ ਦੇ ਨਾਲ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ। ਕਿਉਂਕਿ ਜਦੋਂ ਹੁਣ ਅਸੀਂ ਬਾਬਾ ਫਰੀਦ ਸਾਹਿਬ ਦੇ ਜਿਹੜਾ ਕਿ ਇਸ ਦਿਹਾੜੇ 'ਤੇ ਇਹ ਤੁਹਾਨੂੰ ਸਨਮਾਨ ਮਿਲਿਆ, ਬਾਬਾ ਫਰੀਦ ਸਾਹਿਬ ਨੇ ਵੀ ਜਿਹੜਾ ਊਚ ਨੀਚ ਦੀ ਜਿਹੜੀ ਗੱਲ ਆ ਔਰ ਪ੍ਰਮਾਤਮਾ ਨੂੰ ਪਿਆਰ ਦੀ ਗੱਲ ਆ, ਜਿਹੜੀ ਦੁਨਿਆਵੀ ਜਿਹੜਾ ਇਸ ਵਕਤ ਵੀ ਜਿਹੜਾ ਉਦੋਂ ਵੀ ਤਰੁੱਟੀਆਂ ਸੀਗੀਆਂ ਕੁਛ, ਉਹਨਾਂ ਦੀ ਗੱਲ ਆ, ਤਾਂ ਉਹਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤਾ ਔਰ ਅੱਜ ਸਾਰੇ ਸੀਸ ਝੁਕਾਉਂਦੇ ਆ। ਤਾਂ ਤੁਹਾਨੂੰ ਜਾਪਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਚੀਜ਼ਾਂ ਇਸ ਨਾਵਲ ਤੋਂ ਲੈ ਕੇ ਲੋਕ ਸਿੱਖਣਗੇ, ਜਿੱਦਾਂ ਤੁਸੀਂ ਕਿਹਾ ਵੀ ਲੋਕ ਤੁਹਾਨੂੰ ਕੰਟੈਕਟ ਕਰਦੇ ਆ, ਮੈਂ ਆਹ ਚੀਜ਼ਾਂ ਮਹਿਸੂਸ ਕੀਤੀਆਂ। ਕਿਉਂਕਿ ਜਿਹੜੀ ਲਿਖਤ ਹੁੰਦੀ ਆ ਜਾਂ ਕਲਾਕਾਰ ਹੁੰਦੇ ਆ, ਫਿਲਮਾਂ ਵਾਲੇ ਹੁੰਦੇ ਆ, ਉਹ ਚੀਜ਼ਾਂ ਦੇਖਦਾ, ਪੜ੍ਹਦਾ, ਸੁਣਦਾ, ਮਨ 'ਤੇ ਅਸਰ ਜ਼ਰੂਰ ਹੁੰਦਾ, ਉਹਦੀ ਜ਼ਿੰਦਗੀ 'ਤੇ ਅਸਰ ਜ਼ਰੂਰ ਹੁੰਦਾ। ਮਾੜਾ ਦੇਖਾਂਗੇ ਮਾੜਾ ਹੋਊਗਾ, ਮਾੜੀ ਚੀਜ਼ ਪੜ੍ਹਾਂਗੇ ਮਾੜੇ ਵਿਕਾਰ ਪੈਦਾ ਹੋਣਗੇ। ਤੁਹਾਡੀ ਇਸ ਲਿਖਤ ਤੋਂ ਬਾਅਦ, ਕਿਉਂਕਿ ਜਿਸ ਸੰਸਥਾ ਨੇ ਤੁਹਾਨੂੰ ਸਨਮਾਨਿਤ ਕੀਤਾ, ਇਹਨਾਂ ਨੇ ਬਹੁਤ ਸਾਰੇ ਅਜਿਹੇ ਚੰਗੇ ਲੇਖਕਾਂ ਨੂੰ ਹੋਰ ਵੀ ਸਨਮਾਨਿਤ ਕੀਤਾ, ਜਿਨ੍ਹਾਂ ਦੀਆਂ
ਕਹਾਣੀਆਂ, ਕਵਿਤਾਵਾਂ, ਕਿਤਾਬਾਂ ਕੇਵਲ ਕਮਰਿਆਂ ਦੇ ਵਿੱਚ ਬਹਿ ਕੇ ਨਹੀਂ ਲਿਖੀਆਂ ਗਈਆਂ। ਜਿਨ੍ਹਾਂ ਨੇ ਉੱਥੇ ਵਿਜ਼ਿਟ ਕੀਤਾ, ਲੋਕਾਂ ਦੀ ਜ਼ਿੰਦਗੀ ਨੂੰ ਦੇਖਿਆ, ਗੁਰੂ ਨਾਨਕ ਪਾਤਸ਼ਾਹ ਨੇ ਉਦਾਸੀਆਂ ਕੀਤੀਆਂ, ਦੁਨੀਆ ਘੁੰਮੀ, ਫਿਰ ਸੱਚੇ ਪਾਤਸ਼ਾਹ ਨੇ ਬਾਣੀ ਉਚਾਰੀ। ਜੇ ਕਮਰੇ 'ਚ ਬਹਿ ਕੇ ਠੀਕ ਹੈ ਸੱਚੇ ਧੁਰ ਕੀ ਬਾਣੀ ਹੈ, ਉਹ ਕਿਤੇ ਇਹ ਨਹੀਂ ਵੀ ਜਾ ਕੇ ਵੇਖ ਕੇ ਬਾਣੀ ਦੇ ਧੁਰ ਕੀ ਆਈ ਹੈ, ਪਰ ਸੱਚੇ ਪਾਤਸ਼ਾਹ ਨੇ ਉਦਾਸੀਆਂ ਵੀ ਕੀਤੀਆਂ, ਉਪਦੇਸ਼ ਦੇਣ ਦੇ ਵਾਸਤੇ ਉੱਥੇ ਗਏ ਨੇ, ਚੀਨ ਗਏ ਨੇ। ਤਾਂ ਇਹ ਕਿਤਾਬ ਤੋਂ ਬਾਅਦ ਕੀ ਉਮੀਦ, ਲੋਕ ਇਸ ਤਰ੍ਹਾਂ ਦੀਆਂ ਅਲਾਮਤਾਂ ਨੂੰ ਇਸ ਚੀਜ਼ ਤਰੀਕੇ ਦੇ ਨਾਲ ਮਹਿਸੂਸ ਕਰਨਾ ਸ਼ੁਰੂ ਕਰਨਗੇ ਜਿਹੜੀ ਅੱਖ ਨਫ਼ਰਤ ਕਰਦੀ ਹੈ ਖਾਸ ਕਿਸਮ ਦੇ, ਜਿੱਦਾਂ ਇਹ ਜਿਹੜਾ ਕਿ ਗੱਲ ਹੈਗੀ ਆ ਖਿੱਤੇ ਦੀ, ਜਾਂ ਇਹਨਾਂ ਨੂੰ ਕੋਈ ਲੋਕ ਬਦਲਾਓ ਹੋਊਗਾ? ਸਰ ਕਹਿੰਦੇ ਨੇ ਚੇਂਜ ਇਜ਼ ਦਾ ਲਾਅ ਆਫ ਨੇਚਰ। ਜਿਹੜੀ ਕੁਦਰਤ ਆ ਉਹਦਾ ਇੱਕ ਅਸੂਲ ਆ ਕਿ ਬਦਲਾਵ ਹੋਣਾ, ਕਿਉਂਕਿ ਬੱਚਾ ਤੁਹਾਨੂੰ ਦੇਖੇ ਵੀ ਇੱਕ ਬੂੰਦ ਤੋਂ ਐਡੀ ਵੱਡੀ ਸ਼ਖਸੀਅਤ ਬਣ ਜਾਂਦੀ ਹੈਗੀ ਆ, ਪਰ ਐਡੀ ਇੱਕ ਛੋਟੇ ਜਿਹੇ ਬੀਜ ਤੋਂ ਇੱਕ ਦਰਖਤ ਬਣ ਜਾਂਦਾ ਹੈਗਾ। ਪਰ ਅਸੀਂ ਉਹ ਜਿਹੜਾ ਨਾ ਤਾਂ ਅਸੀਂ ਉਸ ਬੀਜ ਨੂੰ ਭੁੱਲ ਸਕਦੇ ਹੈਗੇ ਆ ਜਿੱਥੋਂ ਜਿਹੜਾ ਉਹਦਾ ਮੂਲ ਆ, ਜਿਵੇਂ ਗੁਰਬਾਣੀ 'ਚ ਵੀ ਆਪਣਾ ਮੂਲ ਪਛਾਣ ਲਿਖਿਆ ਹੋਇਆ, ਪਰ ਨਾਲ ਅਸੀਂ ਤਬਦੀਲੀ ਤੋਂ ਵੀ ਨਹੀਂ ਮਤਲਬ ਭੱਜ ਸਕਦੇ ਗੇ। ਇਹ ਤਬਦੀਲੀ ਹੈ ਜਿਹੜੀ ਇਹ ਆਉਣੀ ਹੁੰਦੀ ਹੈਗੀ ਆ, ਪਰ ਚੰਗਾ ਇਹ ਹੁੰਦਾ ਕਿ ਤੁਸੀਂ ਕੋਸ਼ਿਸ਼ ਕਰੋ ਕਿ ਉਹ ਜਿਹੜੀ ਤਬਦੀਲੀ ਹੈਗੀ ਆ ਉਹ ਇੱਕ ਉਸਾਰੂ ਪਾਸੇ ਵੱਲ ਆਵੇ। ਮੈਂ ਉਸ ਉਸਾਰੂ ਤਬਦੀਲੀ ਨੂੰ ਲਿਆਉਣ ਦੇ ਲਈ ਜਿਹੜਾ ਮਾਹੌਲ ਹੈਗਾ ਉਹ ਸਿਰਜਣ ਦੀ ਕੋਸ਼ਿਸ਼ ਕੀਤੀ ਆ, ਕਿਉਂਕਿ ਬੜੀ ਵਾਰ ਇੱਦਾਂ ਹੁੰਦਾ ਵੀ ਜਿਹੜਾ ਮਾਹੌਲ ਹੈਗਾ ਨਾ ਉਹ ਵੀ ਇੱਕ ਵੱਡੀ ਸਾਰੀ ਭੀੜ ਹੋਵੇ ਤਾਂ ਉਸ ਨੂੰ ਸ਼ਾਂਤ ਕਰਨ ਦੇ ਵਾਸਤੇ ਇੱਕ ਉੱਚੀ ਬੋਲਿਆ ਗਿਆ ਸ਼ਬਦ ਵੀ ਕਾਫੀ ਹੁੰਦਾ। ਤਾਂ ਉਹ ਮਾਹੌਲ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ, ਔਰ ਉਹ ਮਾਹੌਲ ਮੈਨੂੰ ਜਿਸ ਤਰ੍ਹਾਂ ਮੈਨੂੰ ਫੋਨ ਕਾਲਸ ਆਉਂਦੀਆਂ ਹੈਗੀਆਂ ਉਹਨਾਂ ਦੇ ਤੋਂ ਮੈਨੂੰ ਲੱਗਦਾ ਹੈ ਕਿ ਉਹ ਮਾਹੌਲ ਚੇਂਜ ਹੋ ਰਿਹਾ ਹੈਗਾ, ਔਰ ਹੋਣਾ ਵੀ ਚਾਹੀਦਾ। ਕਿਉਂਕਿ ਅਸੀਂ ਉਹੀ ਗੱਲ ਆ ਵੀ ਜੇ ਸੂਰਜ ਚੰਦ ਰੋਜ਼ ਉਹ ਸਮਾਂ ਬਦਲਦਾ, ਰੁੱਤਾਂ ਬਦਲਦੀਆਂ, ਅਸੀਂ ਸਾਡਾ ਇਤਿਹਾਸ ਕਿੱਥੋਂ ਤੋਂ ਕਿੱਥੋਂ ਤੱਕ ਆ ਗਿਆ, ਉਹ ਬਦਲਾਵ ਹੋਏ ਆ। ਤਾਂ ਇਹ ਬਦਲਾਵ ਹੈ ਜਿਹੜਾ, ਕਿਉਂਕਿ ਮੇਰੇ ਨਾਵਲ ਦੇ ਵਿੱਚ ਇੱਕ ਕਿੰਦਰੀ ਮਹੰਤ ਡਾਇਲੋਗ ਬੋਲਦਾ, ਉਹ ਕਹਿੰਦਾ ਉਹ ਭਲਿਓ ਲੋਕੋ ਖੁਸਰੇ ਹੀ ਸਹੀ, ਪਰ ਹਾਂ ਤਾਂ ਕਿਸੇ ਬੰਦੇ ਦੀ ਔਲਾਦ ਹੀ ਨਾ, ਸਾਨੂੰ ਕਿਸੇ ਭੂਤ ਪ੍ਰੇਤ ਨੇ ਤਾਂ ਨਹੀਂ ਜੰਮਿਆ। ਉਹ ਇਹ ਡਾਇਲੋਗ ਬੋਲਦਾ ਉਸ ਨਾਵਲ ਦੇ ਵਿੱਚ। ਹੁਣ ਦੇਖੋ ਵੀ ਬਦਲਾਵ ਆਫਟਰ ਆਲ ਤੋਂ ਇੱਕ ਇਨਸਾਨ ਦੀ ਔਲਾਦ ਹੀ ਆ, ਤੇ ਕਹਿੰਦੇ ਨਾ ਵੀ ਮਾਨਸ ਕੀ ਜਾਤ ਸਭੇ ਇੱਕ ਹੀ ਪਹਿਚਾਨ ਬੋ, ਜੇ ਅਸੀਂ ਉਹਨੂੰ ਪਹਿਚਾਨਦੇ ਆ ਤਾਂ ਫਿਰ ਇੱਕ ਇਹ ਵੀ ਜਿਹੜਾ ਮਾਨਸ ਹੈਗਾ ਇਹਨੂੰ ਵੀ ਉਸੇ ਤਰ੍ਹਾਂ ਹੀ ਬਦਲਣਾ ਸਮਝਣਾ ਚਾਹੀਦਾ। ਬਿਲਕੁਲ ਬਿਲਕੁਲ। ਤਾਂ ਇਹਨੇ ਹਰਪਿੰਦਰ ਰਾਣਾ ਜੀ ਜਿਨ੍ਹਾਂ ਦੀ ਅੱਜ ਕਿਤਾਬ ਕੀ ਜਾਣਾ ਮੈਂ ਕੌਣ ਨੂੰ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਵੱਲੋਂ ਸਨਮਾਨ ਮਿਲਿਆ। ਬਹੁਤ ਬਹੁਤ ਸ਼ੁਕਰੀਆ, ਜੁੜੇ ਰਹੋ KTV ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।